ਨਾਲ ਦਾਨੀਏਲ ਦਾ ਤੀਸਰਾ ਭਾਵ ਕੱਢੋ। Daniel chapter 3 ਇਸ ਸਾਲ ਦੇ ਸ਼ੁਰੂ ਦੇ ਵਿੱਚ ਮੈਂ ਆਪਣੇ ਆਪ ਨੂੰ ਔਰ ਤੁਹਾਡੇ ਲਈ ਇੱਕ ਚੈਲੰਜ ਦੇ ਨਾਲ ਇਹ ਸਾਲ ਸ਼ੁਰੂ ਕਰਨਾ ਮੰਗਦਾ। ਪ੍ਰਭੂ ਦਾ ਜਿਹੜਾ ਅਸੀਂ ਵਚਨ ਦਾ ਹਿੱਸਾ ਇਸ ਮੂਵੀ ਦੇ ਵਿੱਚ ਦੇਖ ਕੇ ਹਟੇ ਹਾਂ, ਇਹ ਉਹਨਾਂ ਲੋਕਾਂ ਦੇ ਬਾਰੇ ਆ ਜਿਹੜੇ ਗੁਲਾਮ ਔਰ ਇੱਟਾਂ ਪੱਥਦੇ ਹੁੰਦੇ ਸੀ। They were making bricks. Their feet were rotten and their hands has no lines left on it. ਇਹਨਾਂ ਦੇ ਪੈਰ ਗਲਿਓ ਹੁੰਦੇ ਸੀ ਔਰ ਇਹਨਾਂ ਦੀਆਂ ਹੱਥਾਂ ਦੇ ਉੱਤੇ ਲਾਈਨਾਂ ਨਹੀਂ ਹੁੰਦੀਆਂ ਸੀ ਇੱਟਾਂ ਚੁੱਕ ਚੁੱਕ ਕੇ। God had mercy upon them. ਪ੍ਰਭੂ ਨੇ ਇਹਨਾਂ ਦੇ ਉੱਤੇ ਦਇਆ ਕੀਤੀ, ਇਹਨਾਂ ਨੂੰ ਆਪਣਾ ਮੁਲਕ ਦਿੱਤਾ, ਇਸਰਾਇਲ ਜਿਹੜਾ ਅੱਜ ਵੀ ਇੱਥੇ ਹੈ। ਪ੍ਰਭੂ ਦੇ ਨਾਲ ਇਹਨਾਂ ਨੇ ਵਾਅਦੇ ਤਾਂ ਬਹੁਤ ਕੀਤੇ ਸੀ, ਪਰ ਪ੍ਰਭੂ ਨੇ ਇੱਕੋ ਚੀਜ਼ ਇਹਨਾਂ ਨੂੰ ਜਿਹੜੀ ਕਹੀ ਸੀ ਉਹ ਇੱਕੋ ਚੀਜ਼ ਸੀਗੀ ਕਿ ਮੇਰੇ ਤੋਂ ਸਿਵਾਏ ਹੋਰ ਕਿਸੇ ਦੇਵਤੇ ਦੇ ਅੱਗੇ ਆਪਣਾ ਸਿਰ ਨਾ ਝੁਕਾਉਣਾ। ਉਸ ਤੋਂ ਬਾਅਦ ਆਉਣ ਵਾਲਿਆਂ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦੀਆਂ ਕੰਮਾਂ ਨੇ ਪ੍ਰਭੂ ਦੇ ਨਾਮ ਦੀ ਮਿੱਟੀ ਉਡਾਈ ਆ ਔਰ ਪ੍ਰਭੂ ਦੇ ਨਾਮ ਨੂੰ ਬੇਇੱਜ਼ਤ ਕੀਤਾ, ਉਸ ਸਿਵਾਏ ਸਾਡੇ ਪ੍ਰਭੂ ਤੇ ਹੋਰ ਕੋਈ ਸਹਿ ਨਹੀਂ ਸਕਦਾ। ਦੁਨੀਆ ਦੇ ਵਿੱਚ ਅਗਰ ਅਸੀਂ ਦੁਨੀਆ ਦੀ ਹਿਸਟਰੀ ਪੜ੍ਹੀਏ ਤੇ ਦੁਨੀਆ ਦੀ ਹਿਸਟਰੀ ਦੇ ਵਿੱਚ ਬਹੁਤ ਸਾਰੀਆਂ ਕੌਮਾਂ ਹੋਈਆਂ ਜਿਨ੍ਹਾਂ ਦੇ ਰਾਜ ਆਏ ਔਰ ਚਲੇ ਗਏ ਔਰ ਅੱਜ ਉਹਨਾਂ ਦੇ ਨਾਮ ਨਿਸ਼ਾਨ ਵੀ ਨਹੀਂ, ਔਰ ਅੱਜ ਸਿਰਫ ਅਸੀਂ ਪੁਰਾਣੀਆਂ ਕੰਧਾਂ ਦੇ ਉੱਤੇ ਕਿਤੇ ਲਿਖੀਆਂ ਚੀਜ਼ਾਂ ਨੂੰ ਲੱਭ ਕੇ ਅਸੀਂ ਕਹਿੰਦੇ ਹਾਂ ਆਹ ਲੋਕ ਇੱਥੇ ਹੋਏ ਸੀਗੇ। ਜਿਨ੍ਹਾਂ ਦੇ ਵਿੱਚੋਂ ਕੁਛ ਇੱਕ ਨਿਸ਼ਾਨੀਆਂ ਸਾਡੇ ਕੋਲ ਈਜਿਪਟ ਦੀ ਜਿਹੜੀ ਸਿਵਲਾਈਜੇਸ਼ਨ ਸੀਗੀ। We only know them because of there are some pyramids there and some other buildings are there. Some written records are there. But there's no Egyptian civilization left. Mesopotamia नहीं रह गई, एरियनिज्म नहीं रह गया, सब खत्म हो गए। एक समा ਸੀ ਇਹ ਕਿਹਾ ਜਾਂਦਾ ਸੀ ਕਿ ਉਹਨਾਂ ਦਾ ਰਾਜ ਧਰਤੀ ਤੋਂ ਇੱਕ ਪਾਸੇ ਤੋਂ ਲੈ ਕੇ ਦੂਸਰੇ ਪਾਸੇ ਤਾਈਂ ਸੀ। ਪ੍ਰਭੂ ਨੇ ਆਪਣੀ ਕਿਰਪਾ ਦੇ ਕਰਕੇ ਇਹ ਲੋਕ ਚੁਣੇ ਸੀ, ਇਹਨਾਂ ਨੂੰ ਆਪਣਾ ਨਾਮ ਦਿੱਤਾ, ਉਹਦੇ ਕਰਕੇ ਇਹ ਲੋਕ ਅੱਜ ਵੀ ਇਸ ਦੁਨੀਆ ਦੇ ਵਿੱਚ ਆ। ਬੇਸ਼ੱਕ ਇਹ ਪ੍ਰਭੂ ਦੇ ਨਾਲ ਵਫਾਦਾਰ ਨਹੀਂ ਰਹੇ, ਪਰ ਪ੍ਰਭੂ ਨੇ ਆਪਣੇ ਨਾਮ ਦੀ ਖਾਤਰ ਅੱਜ ਵੀ ਇਜ਼ਰਾਈਲੀਆਂ ਨੂੰ ਸਾਡੇ ਵਿੱਚ ਰੱਖਿਆ ਆ। God is faithful. God is faithful.
and he doesn't want too much from us. He is faithful. ਪ੍ਰਭੂ ਵਫਾਦਾਰ ਆ ਔਰ ਸਾਡੇ ਕੋਲੋਂ ਬਹੁਤਾ ਕੁਛ ਨਹੀਂ ਚਾਹੁੰਦਾ। ਉਹ ਜਾਣਦਾ ਇਨਸਾਨ ਕੀ ਆ। ਉਹ ਕਹਿੰਦਾ ਮੈਂ ਜਾਣਦਾ ਤੂੰ ਕੌਣ ਆ, ਤੂੰ ਪੱਤਾ ਆ, ਅੱਜ ਤੂੰ ਇੱਥੇ ਆ, ਕੱਲ੍ਹ ਨੂੰ ਅੱਜ ਘਾਹ ਆ, ਅੱਜ ਤੂੰ ਹਰਾ ਆ, ਕੱਲ੍ਹ ਨੂੰ ਤੂੰ ਸੁੱਕ ਜਾਣਾ, ਪਰਸੋਂ ਨੂੰ ਤੂੰ ਉੱਡ ਜਾਣਾ। ਦੈਟਸ ਵਾਟ ਯੂ ਆਰ। ਲੇਕਿਨ ਕਿਉਂਕਿ ਇਸ ਘਰਾਣੇ ਦੇ ਵਿੱਚ ਮਸੀਹ ਨੇ ਪੈਦਾ ਹੋਣਾ ਸੀ, ਪ੍ਰਭੂ ਨੇ ਇਹਨਾਂ ਦੇ ਬਜ਼ੁਰਗੇ ਨੂੰ ਪ੍ਰੋਮਿਸ ਕੀਤਾ ਸੀ ਕਿ ਤੇਰੇ ਘਰ ਦੇ ਵਿੱਚ ਮਸੀਹ ਦਾ ਜਨਮ ਹੋਏਗਾ। ਇਸ ਕਰਕੇ ਪ੍ਰਭੂ ਨੇ ਇਹਨਾਂ ਨੂੰ ਪਿਓਰ ਰੱਖਣ ਦੀ ਖਾਤਰ ਇੱਕ ਕੰਮ ਕੀਤਾ। ਇਹਨਾਂ ਨੂੰ 70 ਸਾਲ ਦੀ ਗੁਲਾਮੀ ਦੇ ਵਿੱਚ ਘੱਲਿਆ ਔਰ ਇਹ ਬਾਬਲ ਦਾ ਰਾਜਾ ਜਿਹਨੂੰ ਅਸੀਂ ਦੇਖਦੇ ਪਏ ਸੀ, ਬਾਬਲ ਦੇ ਰਾਜੇ ਦੇ ਰਾਜ ਦੇ ਵਿੱਚ ਇਹ ਗੁਲਾਮੀ ਦੇ ਵਿੱਚ ਗਏ। ਬੁੱਤ ਪ੍ਰਸਤ ਉਹ ਰਾਜਾ ਸੀ। ਪ੍ਰਭੂ ਦੇ ਵਚਨ ਦੇ ਵਿੱਚੋਂ ਆਓ ਇਸ ਨੂੰ ਦੇਖੀਏ ਕਿ ਪ੍ਰਭੂ ਸਾਨੂੰ ਆਪਣੇ ਵਚਨ ਦੇ ਵਿੱਚੋਂ ਕੀ ਦਿਖਾ ਰਿਹਾ ਔਰ ਫਿਰ ਦੇਖੀਏ ਕਿ ਇਹਦੇ ਵਿੱਚ ਦੀ ਪ੍ਰਭੂ ਸਾਨੂੰ ਅੱਜ ਕੀ ਕਹਿ ਰਿਹਾ। ਰਾਜਾ ਨਬੂਕਦਨਸਰ ਨੇ ਇੱਕ ਸੋਨੇ ਦਾ ਬੁੱਤ ਬਣਾਇਆ ਜਿਸ ਦੀ ਉਚਾਈ 27 ਮੀਟਰ ਤੇ ਚੌੜਾਈ ਲਗਭਗ 3 ਮੀਟਰ ਸੀ। ਇਹ ਬੁੱਤ ਉਸਨੇ ਬਾਬਲ ਦੇ ਸੂਬੇ ਦੇ ਦੁਰਾ ਨਾਂ ਦੇ ਮੈਦਾਨ ਦੇ ਵਿੱਚ ਖੜਾ ਕੀਤਾ। ਤਦ ਰਾਜਾ ਨੇ ਆਪਣੇ ਸਭ ਅਧਿਕਾਰੀਆਂ ਨੂੰ ਇਕੱਠੇ ਹੋਣ ਦੇ ਲਈ ਹੁਕਮ ਦਿੱਤਾ। ਰਾਜਕੁਮਾਰਾਂ, ਦਰਬਾਰੀਆਂ, ਭੰਡਾਰੀਆਂ, ਸਲਾਹਕਾਰਾਂ, ਸੈਨਾਪਤੀਆਂ ਅਤੇ ਬਾਕੀ ਦੇ ਸਭ ਅਧਿਕਾਰੀਆਂ ਨੂੰ ਅਤੇ ਕਿ ਉਹ ਆ ਕੇ ਬੁੱਤ ਦੀ ਸਥਾਪਨ ਸਭਾ ਦੇ ਵਿੱਚ ਹਿੱਸਾ ਲੈਣ ਜੋ ਰਾਜਾ ਨਬੂਕਦਨਸਰ ਨੇ ਬਣਾਇਆ ਹੈ। ਜਦੋਂ ਇਹ ਸਭ ਅਧਿਕਾਰੀ ਆ ਕੇ ਉਸ ਬੁੱਤ ਦੇ ਸਾਹਮਣੇ ਖੜੇ ਹੋ ਗਏ ਤਾਂ ਇੱਕ ਸੰਦੇਸ਼ਵਾਹਕ ਨੇ ਕਿਹਾ, ਸਭ ਕੌਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕੋ, ਜਦੋਂ ਤੁਸੀਂ ਬਿਗਲ ਦੀ ਆਵਾਜ਼ ਅਤੇ ਬਾਂਸਰੀ ਅਤੇ ਬਰਬਤ ਅਤੇ ਬੀਣਾ ਅਤੇ ਸਰੰਗੀ ਅਤੇ ਸਿਤਾਰ ਅਤੇ ਬੀਨ ਆਦਿ ਸਾਜ਼ਾਂ ਦੀ ਆਵਾਜ਼ ਨੂੰ ਸੁਣੋ ਤਾਂ ਤੁਸੀਂ ਸਭ ਰਾਜਾ ਨਬੂਕਦਨਸਰ ਦੇ ਬਣਾਏ ਇਸ ਬੁੱਤ ਦੇ ਅੱਗੇ ਨਿਉ ਕੇ ਇਸ ਦੀ ਪੂਜਾ ਕਰਨਾ। ਜੋ ਕੋਈ ਨਿਉ ਕੇ ਇਸ ਬੁੱਤ ਦੀ ਪੂਜਾ ਨਹੀਂ ਕਰੇਗਾ ਉਸ ਨੂੰ ਬਲ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਇਸ ਲਈ ਜਦੋਂ ਸਭ ਕੌਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੇ ਸਭ ਸਾਜ਼ਾਂ ਦੀ ਆਵਾਜ਼ ਸੁਣੀ ਤਾਂ ਉਹਨਾਂ ਸਭ ਨੇ ਨਿਉ ਕੇ ਰਾਜਾ ਨਬੂਕਦਨਸਰ ਦੁਆਰਾ ਬਣਾਏ ਬੁੱਤ ਦੀ ਪੂਜਾ ਕੀਤੀ। ਤਦ ਉਸ ਸਮੇਂ ਬਾਬਲ ਦੇ ਕੁਝ ਲੋਕਾਂ ਨੇ ਯਹੂਦੀਆਂ ਦਾ ਅਪਮਾਨ ਕਰਨਾ ਚਾਹਿਆ। ਉਹਨਾਂ ਨੇ ਰਾਜਾ ਨਬੂਕਦਨਸਰ ਨੂੰ ਕਿਹਾ, ਮਹਾਰਾਜ ਦੀ ਉਮਰ ਲੰਬੀ ਹੋਵੇ। ਮਹਾਰਾਜ ਨੇ ਇਹ ਹੁਕਮ ਦਿੱਤਾ ਸੀ ਕਿ ਸਾਜ਼ਾਂ ਦੇ ਸ਼ੁਰੂ ਹੋਣ 'ਤੇ ਤੁਰੰਤ ਹਰ ਕੋਈ ਨਿਉ ਕੇ ਸੋਨੇ ਦੇ ਬੁੱਤ ਦੀ ਪੂਜਾ ਕਰੇ ਅਤੇ ਜੋ ਕੋਈ ਰਾਜਾ ਦੇ ਇਸ ਹੁਕਮ ਦੀ ਉਲੰਘਣਾ ਕਰੇਗਾ ਉਸ ਨੂੰ ਬਲ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਪਰ ਇੱਥੇ ਕੁਝ ਯਹੂਦੀ ਸਦਰਕ, ਮੇਸ਼ਕ ਅਤੇ ਅਬਦਨਗੋ ਹਨ ਜੋ ਮਹਾਰਾਜ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ ਅਤੇ ਉਹ ਤੁਹਾਡੇ ਦੇਵਤੇ ਦੀ ਨਾ ਪੂਜਾ ਕਰਦੇ ਹਨ ਅਤੇ ਨਾ ਤੁਹਾਡੇ ਬਣਾਏ ਸੋਨੇ ਦੇ ਬੁੱਤ ਦੇ ਅੱਗੇ ਮੱਥਾ ਟੇਕਦੇ ਹਨ। ਇਹ ਸੁਣ ਕੇ ਰਾਜਾ ਗੁੱਸੇ ਦੇ ਨਾਲ ਭਰ ਗਿਆ ਅਤੇ ਉਸਨੇ ਉਹਨਾਂ ਤਿੰਨਾਂ ਨੂੰ ਪੇਸ਼ ਕਰਨ ਦੀ ਆਗਿਆ ਦਿੱਤੀ। ਰਾਜਾ ਨੇ ਉਹਨਾਂ ਤਿੰਨਾਂ ਨੂੰ ਪੁੱਛਿਆ, ਹੇ ਸਦਰਕ, ਮੇਸ਼ਕ ਅਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤੇ ਦੀ ਪੂਜਾ ਕਰਨ ਅਤੇ ਮੇਰੇ ਬਣਾਏ ਸੋਨੇ ਦੇ ਬੁੱਤ ਨੂੰ ਮੱਥਾ ਟੇਕਣ ਤੋਂ ਇਨਕਾਰ ਕੀਤਾ ਹੈ? ਸੋ ਹੁਣ ਜਦੋਂ ਇਹਨਾਂ ਸਭ ਸਾਜ਼ਾਂ, ਬਿਗਲ, ਬੰਸਰੀ, ਬਰਬਤ, ਸਰੰਗੀ ਅਤੇ ਬੀਨ ਦੀ ਆਵਾਜ਼ ਸੁਣੋ ਤਾਂ ਤੁਰੰਤ ਮੇਰੇ ਬਣਾਏ ਬੁੱਤ ਦੇ ਅੱਗੇ ਨਿਉ ਕੇ ਉਸ ਦੀ ਪੂਜਾ ਕਰਨਾ। ਜੇਕਰ ਤੁਸੀਂ ਨਹੀਂ ਕਰੋਗੇ ਤਾਂ ਤੁਹਾਨੂੰ ਤੁਰੰਤ ਅੱਗ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਕੀ ਤੁਸੀਂ ਸੋਚਦੇ ਹੋ ਕਿ ਤੁਹਾਡਾ ਕੋਈ ਦੇਵਤਾ ਤੁਹਾਨੂੰ ਮੇਰੇ ਹੱਥੋਂ ਬਚਾ ਸਕੇਗਾ? ਪਰ ਸਦਰਕ, ਮੇਸ਼ਕ, ਅਬਦਨਗੋ ਨੇ ਰਾਜਾ ਨੂੰ ਉੱਤਰ ਦਿੱਤਾ, ਮਹਾਰਾਜ, ਅਸੀਂ ਤੁਹਾਡੇ ਇਹਨਾਂ ਸ਼ਬਦਾਂ ਦਾ ਉੱਤਰ ਨਹੀਂ ਦੇਵਾਂਗੇ। ਪਰਮੇਸ਼ਵਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ, ਜੇਕਰ ਉਹ ਬਲ ਦੀ ਭੱਠੀ ਅਤੇ ਤੁਹਾਡੀ ਸ਼ਕਤੀ ਤੋਂ ਬਚਾਉਣ ਦੇ ਯੋਗ ਹੈ ਤਾਂ ਜ਼ਰੂਰ ਬਚਾਵੇਗਾ।
ਪਰ ਜੇਕਰ ਉਹ ਸਾਨੂੰ ਨਾ ਵੀ ਬਚਾਵੇਗਾ ਤਾਂ ਵੀ ਅਸੀਂ ਤੁਹਾਡੇ ਨਾ ਤੁਹਾਡੇ ਦੇਵਤੇ ਦੀ ਪੂਜਾ ਕਰਾਂਗੇ ਅਤੇ ਨਾ ਹੀ ਤੁਹਾਡੇ ਬਣਾਏ ਬੁੱਤ ਦੇ ਅੱਗੇ ਮੱਥਾ ਟੇਕਾਂਗੇ। That is a stand. ਇਹ ਇੱਕ ਐਸੀ ਇਹਨਾਂ ਪ੍ਰਭੂ ਦੇ ਬੰਦਿਆਂ ਨੇ ਆਪਣੇ ਲਈ ਬਰਕਤ ਚੁਣੀ ਆ, ਆਪਣੇ ਲਈ ਇੱਕ ਐਸਾ ਸਟੈਂਡ ਚੁਣਿਆ ਜਿਹੜਾ ਅੱਜ ਦੇ ਜ਼ਮਾਨੇ ਦੇ ਵਿੱਚ ਅਸੀਂ ਜੋ ਪ੍ਰਭੂ ਯਿਸੂ ਦੇ ਪਿੱਛੇ ਚੱਲਣ ਵਾਲੇ ਹਾਂ, ਸਾਨੂੰ ਇਸ ਦੇ ਉੱਤੇ ਗੌਰ ਕਰਨ ਦੀ ਬਹੁਤ ਜ਼ਰੂਰਤ ਆ। ਅਸੀਂ ਉਸ ਸਮੇਂ ਦੇ ਵਿੱਚ ਇਸ ਵੇਲੇ ਆ ਚੁੱਕੇ ਹਾਂ ਜਿੱਥੇ ਤੁਸੀਂ ਦਿਨ ਬ ਦਿਨ ਇਹ ਚੀਜ਼ ਨੂੰ ਦੇਖ ਰਹੇ ਹਾਂ ਕਿ ਇਨਸਾਨ ਦੇ ਮਨ ਦੇ ਵਿੱਚੋਂ ਪ੍ਰਭੂ ਦਾ ਡਰ ਘਟਦਾ ਜਾ ਰਿਹਾ। The fear of the Lord is getting less and less. ਪ੍ਰਭੂ ਦਾ ਜਿਹੜਾ ਪਿਆਰ ਆ ਉਹ ਘਟਦਾ ਜਾ ਰਿਹਾ ਔਰ ਦੁਨੀਆ ਦਾ ਜਿਹੜਾ ਡਰ ਆ ਉਹ ਵੱਧਦਾ ਜਾ ਰਿਹਾ। ਦੁਨੀਆ ਦਾ ਦੁਨਿਆਵੀ ਚੀਜ਼ਾਂ ਦਾ ਜਿਹੜਾ ਡਰ ਆ ਉਹ ਵੱਧਦਾ ਜਾ ਰਿਹਾ। ਅਸੀਂ ਇਹ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਸਮਾਂ ਹੁੰਦਾ ਸੀ ਸਾਡੇ ਸਕੂਲਾਂ ਦੇ ਵਿੱਚ ਸੁਬਾਹ ਜਿਹੜਾ ਦਿਨ ਹੁੰਦਾ ਸੀ ਪ੍ਰਭੂ ਦੇ ਨਾਮ ਦੇ ਨਾਲ ਸ਼ੁਰੂ ਕੀਤਾ ਜਾਂਦਾ ਸੀ, ਚਾਹੇ ਕੋਈ ਵੀ ਚਾਹੇ ਕਿਸੇ ਵੀ ਤਰ੍ਹਾਂ ਕੀਤਾ ਜਾਏ, ਉਹ ਘਟਦਾ ਜਾ ਰਿਹਾ, ਬਿਲਕੁਲ ਖਤਮ ਹੁੰਦਾ ਜਾ ਰਿਹਾ। ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਜਿੱਥੇ ਇੱਕ ਤੁਸੀਂ ਕੰਮ ਕਰਦੇ ਪਏ ਆ, ਜਿੱਥੇ ਤੁਸੀਂ ਸਾਰਾ ਕਰਦੇ ਪਏ ਆ, ਇੱਕ ਪ੍ਰਭੂ ਦਾ ਨਾਂ ਨਾ ਲਾਓ, ਬਾਕੀ ਸਾਰਾ ਕੁਝ ਜੋ ਮਰਜ਼ੀ ਤੁਸੀਂ ਕਰਦੇ ਰਹੋ। That is fine. ਅਸੀਂ ਉਸ ਸਮੇਂ ਦੇ ਵਿੱਚ ਔਰ ਉਸ ਜ਼ਮਾਨੇ ਦੇ ਵਿੱਚ ਜੀ ਰਹੇ ਹਾਂ। ਅਸੀਂ ਆਪਣੇ ਲਈ ਇਹ ਬੁੱਤ ਬਣਾਉਂਦੇ ਜਾ ਰਹੇ ਹਾਂ। ਇਹ ਜਿਹੜਾ ਬੁੱਤ, ਇਹ ਜਿਹੜਾ ਨਬੂਕਦਨਸਰ ਨੇ ਬੁੱਤ ਬਣਾਇਆ ਤੇ ਉਸਨੇ ਕਿਹਾ ਕਿ you bow worship before my idol, whatever he made, he said you bow before it. ਅਸੀਂ ਇਹਨਾਂ ਚੀਜ਼ਾਂ ਨੂੰ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਆਮ ਬਾਰ ਹੁੰਦਾ ਦੇਖਦੇ ਪਏ ਹਾਂ। ਜਿਸ ਤਰ੍ਹਾਂ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਸੀਗਾ ਕਿ ਪ੍ਰਭੂ ਦੇ ਵਚਨ ਦਾ ਅਕਾਲ ਪੈ ਜਾਏਗਾ। ਇਹਦਾ ਮਤਲਬ ਇਹ ਨਹੀਂ ਕਿ ਦੁਨੀਆ ਦੇ ਵਿੱਚ ਬਾਈਬਲਾਂ ਖਤਮ ਹੋ ਜਾਣਗੀਆਂ। ਲੋਕਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਦਾ ਵਚਨ ਨਹੀਂ ਹੋਏਗਾ, ਉਹਨਾਂ ਦੇ ਕੰਮਾਂ ਦੇ ਵਿੱਚ ਪ੍ਰਭੂ ਦਾ ਵਚਨ ਨਹੀਂ ਹੋਏਗਾ। ਉਸ ਨੂੰ ਅਕਾਲ ਕਿਹਾ ਜਾਂਦਾ। ਬਾਈਬਲ ਦਾ ਤਾਂ ਕੋਈ ਅਕਾਲ ਨਹੀਂ। ਬਾਈਬਲ ਤਾਂ ਜਿਹਦੇ ਦੁਨੀਆ 'ਚ ਜਿੱਥੇ ਮਰਜੀ ਜਿਹੜੇ ਮਰਜੀ ਕੋਨੇ ਦੇ ਵਿੱਚ ਬੈਠਾ ਕੋਈ ਬੰਦਾ ਬੈਠਾ ਆ, ਬਾਈਬਲ ਤਾਂ ਉਹਦੇ ਕੋਲ ਪਹੁੰਚਦੀ ਜਾ ਰਹੀ ਆ। ਵਚਨ ਦਾ ਅਕਾਲ ਫਿਰ ਕੀ ਹੋਇਆ? ਵਚਨ ਦਾ ਅਕਾਲ ਕਿ ਪ੍ਰਭੂ ਯਿਸੂ ਮਸੀਹ ਦਾ ਜੋ ਜ਼ਿੰਦਗੀ ਦੇ ਵਿੱਚ ਇਨਸਾਨ ਦਾ ਹੋਣਾ ਆ, ਉਹਦੇ 'ਚ ਕਾਲ ਪੈ ਜਾਏਗਾ। ਅੱਜ ਸਾਡੀਆਂ ਪੁਲਪਟਾਂ ਦੇ ਵਿੱਚੋਂ ਵੀ ਜਿਸਲੇ ਦੁਆ ਕੀਤੀ ਜਾਂਦੀ ਹੈ ਨਾ, ਤੇ ਅਖੀਰ ਦੇ ਵਿੱਚ ਸਾਡੇ ਪਾਸਵਾਨ ਲੋਕ ਵੀ ਇਹ ਕਹਿਣ ਤੋਂ ਸ਼ਰਮ ਕਰਦੇ ਆ ਕਿ ਪ੍ਰਭੂ ਯਿਸੂ ਦੇ ਨਾਮ 'ਚ, ਉਹ ਵੀ ਕਹਿੰਦੇ ਇਨ ਹਿਜ਼ ਨੇਮ ਆਮੈਨ। ਕਿਹਦੇ ਨੇਮ ਦੇ ਨਾਲ? ਸੁਣ ਕੇ ਦੇਖਿਓ ਕਦੀ। And I stopped saying amen with those people now. In his name, in whose name? In what name? Amen. ਫੈਸ਼ਨ ਆਉਂਦੇ ਜਾ ਰਹੇ ਆ, ਕ੍ਰਿਸਚਨ ਫੈਸ਼ਨ ਸਾਡੀਆਂ ਪੁਲਪਟਾਂ ਤੇ ਆਉਂਦੇ ਜਾ ਰਹੇ ਆ।
ਅਸੀਂ ਦੁਨਿਆਵੀ ਚੀਜ਼ਾਂ ਨੂੰ ਪਹਿਲ ਦਿੰਦੇ ਹਾਂ। ਈਵਨ ਅਸੀਂ ਜ਼ਿੰਦਗੀਆਂ ਸ਼ੁਰੂ ਕਰਨ ਲੱਗੇ ਦੁਨਿਆਵੀ ਚੀਜ਼ਾਂ ਨੂੰ ਪਹਿਲ ਦਿੰਦੇ ਹਾਂ, ਪ੍ਰਭੂ ਦੀ ਚੀਜ਼ ਨੂੰ ਦੂਸਰਾ ਸਥਾਨ ਦਿੰਦੇ ਜਾ ਰਹੇ ਹਾਂ। ਇੱਥੇ ਆ ਕੇ ਸਾਨੂੰ ਇਹ ਚੀਜ਼ ਇਸ ਵਚਨ ਦੇ ਵਿੱਚੋਂ ਦੇਖਣੀ ਪੈਣੀ ਆ ਕਿ ਇਹ ਲੋਕ ਕਿਸ ਸਥਿਤੀ ਦੇ ਵਿੱਚ ਦੀ ਗੁਜ਼ਰਦੇ ਪਏ ਆ, ਔਰ ਫਿਰ ਉਸ ਨੂੰ ਆਪਣੀ ਸਥਿਤੀ ਦੇ ਨਾਲ ਕੰਪੇਅਰ ਕਰਾਂਗੇ। ਕੀ ਸੱਚਮੁੱਚ ਇਹਨਾਂ ਤੇ ਪ੍ਰੈਸ਼ਰ ਸਾਡੇ ਨਾਲੋਂ ਘੱਟ ਸੀ ਜਿਹਦੇ ਵਿੱਚ ਅਸੀਂ ਜੀ ਰਹੇ ਹਾਂ? ਇਹ ਗੁਲਾਮ ਆ ਬਾਬਲ ਦੇ ਰਾਜਾ ਦੇ। ਇਸ ਰਾਜਾ ਦਾ ਜਿਹੜਾ ਰਾਜ ਆ ਇਰਾਕ ਤੋਂ ਲੈ ਕੇ ਹਿੰਦੁਸਤਾਨ ਤਾਈਂ ਆ। ਇੱਕ ਗੁਲਾਮ ਕੌਮ ਉੱਥੇ ਬੈਠੀ ਆ। ਰਾਜਾ ਆਪਣੇ ਆਪ ਨੂੰ ਦੇਵਤਾ ਸਮਝਦਾ ਆ, ਉਹ ਆਪਣੇ ਆਪ ਨੂੰ ਪਰਮੇਸ਼ਵਰ ਸਮਝਦਾ ਆ ਕਿ ਮੈਂ ਪਰਮੇਸ਼ਵਰ ਦਾ ਰੂਪ ਧਰਤੀ ਦੇ ਉੱਤੇ ਹਾਂ। ਔਰ ਉਹ ਇਹ ਨਹੀਂ ਚਾਹੁੰਦਾ ਕਿ ਕੋਈ ਵੀ ਇਨਸਾਨ ਮੇਰੇ ਤੋਂ ਬਾਹਰ ਜਾਏ। ਸੋ ਉਸਨੇ ਇਹ ਆਪਣਾ ਬੁੱਤ ਬਣਾ ਕੇ ਉਸਨੇ ਦਿਖਾਇਆ ਕਿ ਸਾਰੇ ਜਾਣੇ ਝੁਕਣ। ਬੀਨ ਬਰਬਤ ਕੀ? ਬੀਨ ਬਰਬਤ ਦਾ ਮਤਲਬ ਇਹ ਹੈ ਕਿ ਰਾਜਾ ਦੀ ਉਸ ਵੇਲੇ ਉਹਨਾਂ ਨੇ ਉਸਤਤੀ ਕੀਤੀ। ਉਸ ਵੇਲੇ ਪ੍ਰਸਤਸ਼ ਰਾਜਾ ਦੀ ਹੋ ਰਹੀ ਆ, ਉਹਦੀ ਪੂਜਾ ਹੋ ਰਹੀ। ਔਰ ਉਸਨੇ ਕਿਹਾ ਕਿ ਸਾਰੇ ਜਾਣੇ ਉਸ ਵੇਲੇ ਇਸ ਦੇ ਮੂਹਰੇ ਝੁਕਣ। ਲੇਕਿਨ here is the challenge ਕਿ ਸਿਰ ਇਸ ਦੇਵਤੇ ਦੇ ਮੂਹਰੇ ਝੁਕਾਉਣਾ ਆ, ਇਸ ਰਾਜਾ ਦੇ ਮੂਹਰੇ ਝੁਕਾਉਣਾ ਆ, ਜਾਂ ਪ੍ਰਭੂ ਦੇ ਸਾਹਮਣੇ ਝੁਕਾਉਣਾ ਹੈ। ਸਾਰੀ ਕੌਮ ਝੁਕ ਗਈ, ਸਾਰੀ ਯਹੂਦੀ ਕੌਮ ਵੀ ਝੁਕ ਗਈ। ਪਰ ਇਹ ਤਿੰਨ ਪ੍ਰਭੂ ਨੇ ਐਸੇ ਲੋਕ ਰੱਖੇ ਆ। God chose these three people. To say no. You're not God. ਤੂੰ ਪਰਮੇਸ਼ਵਰ ਨਹੀਂ। God is God. God is God. Verse 16 ਦੇ ਵਿੱਚ 15 ਦੇ ਵਿੱਚ ਉਸਨੇ ਪੁੱਛਿਆ, ਕਹਿੰਦਾ ਅਗਰ ਮੈਂ ਤੁਹਾਨੂੰ ਅੱਗ ਦੀ ਭੱਠੀ ਦੇ ਵਿੱਚ ਸੁੱਟ ਦੇਵਾਂ ਤਾਂ ਕੀ ਤੁਹਾਡਾ ਦੇਵਤਾ ਤੁਹਾਨੂੰ ਬਚਾ ਸਕਦਾ ਹੈ? Now this is the bold choice. Verse 16 and 17. ਪਰ ਸਦਰਕ ਮੇਸ਼ਕ ਅਬਦਨਗੋ ਨੇ ਰਾਜਾ ਨੂੰ ਉੱਤਰ ਦਿੱਤਾ, ਮਹਾਰਾਜ ਅਸੀਂ ਤੁਹਾਡੇ ਇਹਨਾਂ ਸ਼ਬਦਾਂ ਦਾ ਉੱਤਰ ਨਹੀਂ ਦੇਵਾਂਗੇ। We are not going to argue with you. But we argue with one thing, that you are not God. God is God. ਇਹ ਜਿਹੜੀ ਚੋਇਸ ਅਸੀਂ ਕਰਦੇ ਆ ਨਾ, ਇਹ ਚੋਇਸ ਐਦਾਂ ਕਰਦੇ ਆ ਕਿ ਅਗਰ ਪ੍ਰਭੂ ਨੇ ਬਚਾਉਣਾ ਹੋਇਆ ਤਾਂ ਉਹ ਬਚਾਏਗਾ, ਅਗਰ ਉਸਨੇ ਨਹੀਂ ਬਚਾਉਣਾ ਹੋਇਆ ਤੇ ਉਹ ਨਹੀਂ ਬਚਾਏਗਾ। ਪਰ ਅਸੀਂ ਆਉਣ ਵਾਲੇ ਇੱਕ ਦਿਨ ਦੀ ਜ਼ਿੰਦਗੀ ਦੇ ਲਈ ਬੁੱਤ ਦੇ ਸਾਹਮਣੇ ਨਹੀਂ ਝੁਕਣਾ। ਅਸੀਂ ਤੇਰੇ ਬਣਾਏ ਹੋਏ ਬੁੱਤ ਦੇ ਸਾਹਮਣੇ ਨਹੀਂ ਝੁਕਣਾ।
19ਵੀਂ ਆਇਤ ਵਿੱਚ ਲਿਖਿਆ, ਤਦ ਰਾਜਾ ਨਬੂਕਦਨਸਰ ਦਾ ਗੁੱਸਾ ਸਦਰਕ, ਮੇਸ਼ਕ ਅਤੇ ਅਬਦਨਗੋ ਤੇ ਪੂਰੇ ਜ਼ੋਰ ਦੇ ਨਾਲ ਭੜਕ ਉੱਠਿਆ। ਉਸ ਦਾ ਮੂੰਹ ਲਾਲ ਹੋ ਗਿਆ। ਉਸਨੇ ਸਭ ਨੌਕਰਾਂ ਨੂੰ ਆਗਿਆ ਦਿੱਤੀ ਕਿ ਪਹਿਲੇ ਨਾਲੋਂ 7 ਗੁਣਾ ਭੱਠੀ ਹੋਰ ਗਰਮ ਕੀਤੀ ਜਾਵੇ। ਉਸਨੇ ਆਪਣੀ ਸੈਨਾ ਦੇ ਤਕੜੇ ਆਦਮੀਆਂ ਨੂੰ ਆਗਿਆ ਦਿੱਤੀ ਕਿ ਉਹਨਾਂ ਨੂੰ ਬੰਨ੍ਹ ਕੇ ਬਲ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇ। ਇਸ ਲਈ ਉਹਨਾਂ ਨੇ ਉਹਨਾਂ ਤਿੰਨਾਂ ਨੂੰ ਪੂਰੇ ਕੱਪੜਿਆਂ ਸਮੇਤ ਬੰਨ੍ਹ ਕੇ ਮਗ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ। ਰਾਜਾ ਦੀ ਆਗਿਆ ਦੇ ਅਨੁਸਾਰ ਭੱਠੀ ਬਹੁਤ ਗਰਮ ਕੀਤੀ ਗਈ। ਇਸ ਲਈ ਜੋ ਪਹਿਰੇਦਾਰ ਉਹਨਾਂ ਤਿੰਨਾਂ ਨੂੰ ਭੱਠੀ ਤੱਕ ਲੈ ਕੇ ਗਏ ਉਹ ਸੇਕ ਦੇ ਨਾਲ ਸੜ ਗਏ। ਤਦ ਸਦਰਕ, ਮੇਸ਼ਕ ਅਤੇ ਅਬਦਨਗੋ ਬੰਨੇ ਹੋਏ ਬਲ ਦੀ ਭੱਠੀ ਦੇ ਅੰਦਰ ਜਾ ਡਿੱਗੇ। ਅਚਾਨਕ ਰਾਜਾ ਨਬੂਕਦਨਸਰ ਨੇ ਭੱਠੀ ਦੇ ਅੰਦਰ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਸਨੇ ਆਪਣੇ ਅਧਿਕਾਰੀਆਂ ਤੋਂ ਪੁੱਛਿਆ ਕਿ ਅਸੀਂ 3 ਆਦਮੀਆਂ ਨੂੰ ਬੰਨ੍ਹ ਕੇ ਬਲ ਦੀ ਭੱਠੀ ਵਿੱਚ ਨਹੀਂ ਸੁੱਟਿਆ ਹੈ? ਉਹਨਾਂ ਨੇ ਉੱਤਰ ਦਿੱਤਾ, ਹਾਂ ਮਹਾਰਾਜ, ਤੁਸੀਂ ਠੀਕ ਕਹਿ ਰਹੇ ਹੋ। ਰਾਜਾ ਨੇ ਫਿਰ ਕਿਹਾ, ਫਿਰ ਮੈਂ ਅੱਗ ਦੇ ਵਿੱਚ 4 ਆਦਮੀਆਂ ਨੂੰ ਚੱਲਦੇ ਕਿਉਂ ਦੇਖ ਰਿਹਾ ਹਾਂ? ਉਹ ਬੰਨੇ ਹੋਏ ਨਹੀਂ ਹਨ ਅਤੇ ਨਾ ਹੀ ਉਹਨਾਂ ਦੇ ਸਰੀਰਾਂ ਦੇ ਉੱਤੇ ਕੋਈ ਸੜਨ ਦਾ ਚਿੰਨ੍ਹ ਹੈ, ਅਤੇ ਚੌਥਾ ਮਨੁੱਖ ਦੇਵਤੇ ਦੇ ਵਾਂਗ ਦਿਖਾਈ ਦੇ ਰਿਹਾ ਹੈ। ਚੌਥਾ ਮਨੁੱਖ ਦੇਵਤੇ ਦੇ ਵਾਂਗ ਦਿਖਾਈ ਦੇ ਰਿਹਾ ਹੈ। ਪ੍ਰਭੂ ਨੂੰ ਜਿਹੜਾ ਇਨਸਾਨ ਚੁਣਦਾ ਨਾ ਆਪਣੀ ਜ਼ਿੰਦਗੀ ਦੇ ਵਿੱਚ, ਇਹ ਬਹੁਤ ਵੱਡਾ ਪ੍ਰਭੂ ਦਾ ਇੱਕ ਆਪਣਾ ਕਰਮ ਹੁੰਦਾ ਉਸ ਦੀ ਜ਼ਿੰਦਗੀ 'ਚ। ਪ੍ਰਭੂ ਦੇ ਵਚਨ ਦੇ ਵਿੱਚ ਇਹ ਚੀਜ਼ ਮੈਂ ਤੁਹਾਨੂੰ ਬਾਰ-ਬਾਰ ਚੇਤੇ ਕਰਾਉਣਾ ਔਰ ਕਰਾਉਂਦਾ ਰਹੂੰਗਾ ਕਿ ਪ੍ਰਭੂ ਯਿਸੂ ਨੇ ਕਿਹਾ, ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦ ਤੱਕ ਕਿ ਬਾਪ ਉਸ ਨੂੰ ਲੈ ਕੇ ਨਾ ਆਏ। Nobody can come to me unless the Father bring that person to me. ਹੁਣ ਇਹ ਸੋਚੋ ਕਿ ਜਿਸ ਇਨਸਾਨ ਨੂੰ ਪ੍ਰਭੂ ਬਾਪ ਪ੍ਰਭੂ ਯਿਸੂ ਦੇ ਕੋਲ ਲੈ ਕੇ ਆਇਆ, ਕੀ ਉਹਦਾ ਕੋਈ ਕਾਰਨ ਨਹੀਂ ਹੋਏਗਾ? ਕੀ ਉਹਦਾ ਕਾਰਨ ਸਿਰਫ ਇੰਨਾ ਹੀ ਹੋਵੇਗਾ ਕਿ ਉਹ ਇਸ ਧਰਤੀ ਤੇ ਜੀਏਗਾ, ਉਹਦੇ ਕੋਲ ਗੁੱਡ ਜੌਬ ਹੋਊਗੀ, ਉਹਦਾ ਸਰੀਰ ਠੀਕ ਰਹੇਗਾ, ਉਹਨੂੰ ਬਿਮਾਰੀ ਨਹੀਂ ਲੱਗੇਗੀ? ਜੇ ਉਹਨੂੰ ਬਿਮਾਰੀ ਲੱਗੇਗੀ ਤਾਂ ਪ੍ਰਭੂ ਦਾ ਮਿਰਾਕਲ ਉਹਨੂੰ ਠੀਕ ਕਰ ਦੇਗਾ, ਉਹ ਲੋਕਾਂ ਦੇ ਲਈ ਦੁਆ ਕਰੂਗਾ, ਲੋਕ ਠੀਕ ਹੋ ਜਾਣਗੇ। Is that the reason God has chosen the person? ਤੈਨੂੰ ਪਤਾ ਇਹ ਕੰਮ ਸ਼ੈਤਾਨ ਵੀ ਕਰ ਸਕਦਾ। Satan can do these kind of things. You don't need God for that. If God has chosen you, He has chosen you for something very special. ਜੇ ਪ੍ਰਭੂ ਨੇ ਤੁਹਾਨੂੰ ਚੁਣਿਆ ਆ ਨਾ, ਜਿੱਦਾਂ ਪ੍ਰਭੂ ਨੇ, ਇਹ ਨਹੀਂ ਕਿ ਬਾਕੀ ਦੀ ਕੌਮ ਉਸਨੇ ਸੁੱਟ ਦਿੱਤੀ ਜਾਂ ਬਾਕੀ ਦੀ ਕੌਮ ਛੱਡ ਦਿੱਤੀ, ਜਾਂ ਬਾਕੀ ਦੀ ਕੌਮ ਦੇ ਵਿੱਚ ਇੰਨੇ ਗਟਸ ਨਹੀਂ ਸੀਗੇ ਕਿ ਉਹ ਪ੍ਰਭੂ ਦੇ ਲਈ ਖੜੇ ਹੋ ਸਕਦੇ। ਨਹੀਂ, ਪ੍ਰਭੂ ਨੇ ਇਹ 3 ਜਾਣਿਆਂ ਨੂੰ ਚੁਣਿਆ ਕਿ ਇਹ ਪ੍ਰਭੂ ਦੇ ਲਈ ਖੜੇ ਹੋਣ। ਪ੍ਰਭੂ ਨੇ ਇਹਨਾਂ ਤਿੰਨਾਂ ਦੇ ਉੱਤੇ ਬਰਕਤ ਪਾਈ ਕਿ ਇਹ ਤਿੰਨਾਂ ਨੂੰ ਪ੍ਰਭੂ ਨੇ ਇੰਨੀ ਤਾਕਤ ਅੰਦਰ, ਸਰੀਰਕ, ਮਾਨਸਿਕ, ਆਤਮਿਕ ਤਾਕਤ ਇੰਨੀ ਦੇ ਦਿੱਤੀ ਕਿ ਇਹਨਾਂ ਤਿੰਨਾਂ ਨੇ ਇਹ ਚੀਜ਼ ਚੁਣੀ ਕਿ ਅਸੀਂ ਇਸ ਬੁੱਤ ਦੇ ਮੂਹਰੇ ਨਹੀਂ ਝੁਕਣਾ। That is not for us. ਇਹ ਕੰਮ ਅਸੀਂ ਨਹੀਂ ਕਰਨਾ। Why?
क्यों? क्योंकि इन्हां दे राहीं प्रभु ने एक ऐसा बड़ा काम किया जिस दे कारण अज साडियां हत्थां दे विच इह पवित्र वचन। जिस वेले 70 साल की गुलामी दे विच यहूदी लोग गए सगे तो उन्होंने ये कहता सगा कि सानू प्रभु ने छड़ दिता, वी आर डन विद। और उन्होंने अपने लाइफ स्टाइल बिल्कुल जड़ियां जड़ियां कौमां दे विच गए सी उदां दे बना लए, बड़े सोहने चलते रहे उन्होंने नाल, लेकिन कुछ एक बंदे प्रभु ने बचा के रखे अपने लिए। और जिस वेले प्रभु ने यह मिराकल किया, यह जिहड़ा मिराकल आ, इट वाज अ सेम एज जिसले प्रभु ने समुद्र दे विच लोग कढ के लिआंदे, तो कौम दे लई बहुत बड़ा मिराकल सी। जिसले इन्हां तिन्हां नूं बचाया तो कौम दे लई बहुत मिराकल सी। और जिसले तीसरे दिन मुर्दियां दे विचों प्रभु यसू मसीह जी उठिया, दैट वाज द थर्ड वन। जिस वेले ये होया तो देखो प्रभु के वचन दे विच की हुंदा पिया। आओ पहला वचन का हिस्सा खत्म कर लईए और फिर मैं तुहाडे नाल शेयर करदा कि खुदावन सानू की कह रहा। सो राजा नबुकदनसर ने बलदी भट्ठी दे मूँह दे कोल जाके पुकार के कहा, सदरक मेशक अबदनगो सर्व उच्च परमेश्वर दे दासो बाहर आ जाओ। तो वो तुरंत बाहर आ गए। सब राजकुमार, राजपाल, सैनापति अते बाकी दे अधिकारी इकट्ठे होके आए अते देखिया। उन्होंने तिन्हां दा अग दे नाल कोई नुकसान नहीं होया सी अते ना ही उन्हां दे वाल अते कपड़े सड़े सन अते ना ही उन्हां दे कोलों धुएं दी कोई बो आ रही सी। राजा ने कहा, सदरक मेशक अबदनगो दा परमेश्वर धन है। उसने अपना स्वर्गदूत घल के अपना इन्हां तिन्हां दासां दी रखिया कीती जिसका केवल उससे ते भरोसा है। उन्होंने मेरे हुक्म नूं तोड़ के अपने जीवन नूं खतरे दे विच पाए, पर परमेश्वर नूं छड्ड के किसी दूसरे देवते दी ना पूजा कीती, ना उसदे अगे मत्था टेकिया। हुण मेरा हुक्म है, जे कोई चाहे किसी भी देवते, कौम, जात, भाषा का होवे, सदरक मेशक अते अबदनगो दे परमेश्वर का अपमान करे तो उसके टोटे टोटे कर दिते जाण, उसके घर नूं ढा के मिट्टी के ढेर दे विच बदल दिता जावे। कोई दूजा देवता नहीं जो इस तरह बचा सकता है। तद राजा नबुकदनसर सदरक मेशक अते अबदनगो नूं पहलां तो भी उच्चे पद बाबल सूबे दे विच दिते गए। दैट वाज नॉट द पर्पस। उच्चे पद, उत्तियां उचलियां जगावां प्राप्त करने पद, यह मतलब नहीं सीगा। द मेन थिंग वाज दिस, इन्हां लोकां ने प्रभु दे वचन दे जिन्ने स्क्रोल सी सारे पिछे रख दिते सीगे। दे वर डन विद इट। और इत्थे आके इन्हां ने प्रभु दे वचन नूं मुड़ के इकट्ठा शुरू करना कर दिता। अज जिहड़ी बाइबल साडे हत्थ दे विच आ जिहड़ा वचन साडे हत्थ दे विच आ, ये साडे कोल उत्पत्त तो लैके जरमाया नबी तक इस समय दे विच ये वचन का हिस्सा इकट्ठा किया गया साडे लई। प्रभु ने ये बड़ा काम उस वेले किया। इस बड़े काम दे लई प्रभु ने इन्हां लोकां नूं चुनिया सी। तुहानूं किस काम दे लई चुनिया? Why God has chosen you? You see, जो कुछ असी प्रभु तो अपनी जिंदगी दे विच मंगदे पए आ ना, दैट्स अ साइड मिरेकल। असी जॉबां मंगदे पए आ, अपने बच्चों की तरक्की मंगते पे हाँ,
ਆਪਣੀ ਜ਼ਿੰਦਗੀ ਦੇ ਲਈ ਸਹੀ ਪਾਰਟਨਰ ਮੰਗਦੇ ਪਏ ਹਾਂ, ਸਾਰੀਆਂ ਚੀਜ਼ਾਂ ਮੰਗਦੇ। that's a side miracle। ਸਾਨੂੰ ਚੁਣਿਆ ਉਸਨੇ ਕਿਸ ਚੀਜ਼ ਦੇ ਲਈ? ਸਾਡੇ ਇਸ ਸ਼ਹਿਰ ਦੇ ਵਿੱਚ 33,000 ਪੰਜਾਬੀ ਲੋਕ ਬੈਠਾ ਆ, ਇਸੇ ਸ਼ਹਿਰ ਦੇ ਵਿੱਚ। ਜਿਸ ਸ਼ਹਿਰ 'ਚ ਅਸੀਂ ਬੈਠੇ ਹਾਂ ਨਾ, 33,000 ਪੰਜਾਬੀ ਬੰਦਾ ਬੈਠਾ। ਔਰ ਸਾਡੀ ਭੈਣ ਨੇ ਜਿਸ ਤਰ੍ਹਾਂ ਕਿਹਾ ਕਿ ਇੱਕ ਪੜ੍ਹੀ ਲਿਖੀ ਔਰਤ ਇਹ ਕਹਿ ਰਹੀ ਆ ਕਿ ਕ੍ਰਿਸਮਸ ਇਸ ਕਰਕੇ ਮਨਾਈ ਜਾਂਦੀ ਕਿ ਇਹਨਾਂ ਦੀ ਇੱਕ ਬੁੱਢੀ ਸੀ, ਉਹ ਕ੍ਰਿਸਟੀ ਸੀਗੀ ਅਤੇ ਉਹ ਗਿਫਟ ਦਿੰਦੀ ਹੁੰਦੀ ਸੀ, ਫਿਰ ਹੁਣ ਉਹਦੇ ਨਾਂ 'ਤੇ ਇਹਨਾਂ ਨੇ ਗਿਫਟ ਦੇਣੇ ਸ਼ੁਰੂ ਕਰ ਦਿੱਤੇ ਆ। ਇੰਨਾ ਕੁ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦਾ ਪਤਾ ਆ। ਸਾਡੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਨਹੀਂ ਪਤਾ ਹੈਗਾ ਕਿ ਪ੍ਰਭੂ ਯਿਸੂ ਮਸੀਹ ਕਿੱਥੇ ਪੈਦਾ ਹੋਇਆ ਸੀ। ਸਭ ਉਸਨੂੰ ਇੰਗਲੈਂਡ ਦੇ ਵਿੱਚ ਪੈਦਾ ਕਰੀ ਜਾਂਦੇ ਆ। ਤੁਸੀਂ ਕਦੀ ਬੈਠ ਕੇ ਪੁੱਛ ਕੇ ਦੇਖਿਓ। ਔਰ ਸਾਨੂੰ ਇੰਨਾ ਪਤਾ ਕਿ ਸੈਲਵੇਸ਼ਨ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਬਗੈਰ ਕਿਤੇ ਨਹੀਂ ਹੈਗੀ। ਜਿਸ ਵੇਲੇ ਇੱਥੇ ਚਾਹੇ ਜਿੰਨਾ ਮਰਜ਼ੀ ਇਨਸਾਨ ਦੇ ਕੋਲ ਧਨ ਆ, ਜਿੰਨਾ ਮਰਜ਼ੀ ਇਨਸਾਨ ਦੇ ਕੋਲ ਸ਼ੋਹਰਤ ਆ, ਜੋ ਮਰਜ਼ੀ ਆ, ਜਿਸ ਵੇਲੇ ਉਸਨੇ ਆਪਣਾ ਜੀਵਨ ਇੱਥੋਂ ਖਤਮ ਕਰਨਾ ਤੇ ਉਸਨੇ ਉਹਦੀ ਜਿਹੜੀ ਦਿਲ ਦੀ 100% ਚਾਹਤ ਹੋਣੀ, ਉਹ ਇਹੋ ਹੀ ਹੋਣੀ ਆ, ਇੱਕੋ ਹੀ ਹੋਣੀ ਆ ਕਿ ਮੈਨੂੰ ਮੁਕਤੀ ਮਿਲ ਜਾਏ। ਮੈਨੂੰ ਮੁਕਤੀ ਮਿਲ ਜਾਏ। ਅਗਰ 84 ਲੱਖ ਜੂਨੀ ਦੇ ਵਿੱਚ ਵੀ ਭਰੋਸਾ ਕਿਸੇ ਨੇ ਕਿ ਰੱਖਣਾ ਹੋਵੇ ਨਾ, ਕੋਈ ਨਹੀਂ ਮੰਗਦਾ ਕਿ ਜੀ ਮੈਂ ਮੁੜ ਕੇ ਕੁੱਤੇ ਦੀ ਜੂਨੇ ਪਾਵਾਂ। ਬਾਈਬਲ ਦੇ ਵਿੱਚ ਤਾਂ ਇਹ ਹੈ ਨਹੀਂਗਾ। ਚਲੋ 1 ਮਿੰਟ ਦੇ ਲਈ ਮੰਨ ਹੀ ਲੈਂਦੇ ਕਿ 84 ਲੱਖ ਜੂਨਾਂ ਹੈਗੀਆਂ। ਮਰਨ ਤੋਂ ਬਾਅਦ ਕਿਹੜਾ ਇਨਸਾਨ ਚਾਹੁੰਦਾ ਕਿ ਹੁਣ ਜੀ ਦੁਬਾਰਾ ਸ਼ੁਰੂ ਹੋਈਏ, ਆਓ ਕੁੱਤੇ ਤੋਂ ਸ਼ੁਰੂ ਕਰਦੇ ਹਾਂ ਦਰਵੇਸ਼। ਇੱਕ ਵੀ ਨਹੀਂ। ਹਰ ਇਨਸਾਨ ਚਾਹੁੰਦਾ ਮੈਨੂੰ ਮੁਕਤੀ ਮਿਲੇ। ਤੁਹਾਨੂੰ ਜਿਹੜਾ ਕੱਲੇ ਕੱਲੇ ਨੂੰ ਖਿੱਚ ਕੇ ਫੜ ਕੇ ਪ੍ਰਭੂ ਲੈ ਕੇ ਆਇਆ ਆਪਣੇ ਖਾਨਦਾਨਾਂ 'ਚੋਂ, ਇਹਨਾਂ ਤਿੰਨਾਂ ਦੀ ਤਰ੍ਹਾਂ ਆ ਤੁਸੀਂ। ਇਹਨਾਂ ਤਿੰਨਾਂ ਦੀ ਤਰ੍ਹਾਂ ਆ ਕਿ ਤੁਹਾਨੂੰ ਪ੍ਰਭੂ ਨੇ ਇਹ ਤਾਕਤ ਦਿੱਤੀ ਆ ਕਿ ਤੁਸੀਂ ਇਹ ਕਹਿ ਖੜੇ ਹੋ ਕੇ ਕਹਿ ਸਕਦੇ ਆ ਕਿ ਨਹੀਂ, ਇਸ ਸਾਰੇ ਸਮੇਂ ਦੇ ਵਿੱਚ ਲੋਕ ਜਗ੍ਹਾ ਜਗ੍ਹਾ ਜਾ ਕੇ ਮੱਥੇ ਟੇਕਦੇ ਪਏ ਆ, ਤੁਸੀਂ ਖੜੇ ਹੋ ਕੇ ਕਹਿ ਦਿੰਦੇ ਕਿ ਨਹੀਂ, ਸਿਵਾਏ ਪ੍ਰਭੂ ਯਿਸੂ ਤੋਂ ਹੋਰ ਕੋਈ ਪ੍ਰਭੂ ਹੈ ਨਹੀਂ। There is only one God। ਤੁਹਾਨੂੰ ਪ੍ਰਭੂ ਨੇ ਇਸ ਕੰਮ ਦੇ ਲਈ ਚੁਣਿਆ ਕਿ ਤੁਸੀਂ ਬਹੁਤਿਆਂ ਨੂੰ ਉਸ ਅੱਗ ਤੋਂ ਬਚਾ ਕੇ ਰੱਖ ਸਕੋ ਜਿਹੜੀ ਨਰਕ ਦੀ ਅੱਗ ਆ ਰਹੀ ਆ। ਜਿਹੜੀ ਨਰਕ ਦੀ ਝੀਲ ਆ ਰਹੀ ਆ। ਪ੍ਰਭੂ ਦਾ ਸ਼ੁਕਰ ਆ ਕਿ ਉਹ ਸਾਨੂੰ, ਉਹ ਮਸੀਹੀਆਂ ਨੂੰ ਉਸਨੇ ਪਿੱਛੇ ਨਹੀਂ ਰੱਖਿਆ। ਬਹੁਤ ਬਰਕਤ ਦਿੰਦਾ ਹੈ, ਬੜੀ ਬਰਕਤ ਦਿੰਦਾ ਆਪਣੇ ਲੋਕਾਂ ਨੂੰ। ਪਰ ਬਰਕਤ ਹੀ ਪਰਮੇਸ਼ਵਰ ਨਹੀਂ। ਆਓ ਆਪਣਾ ਧਿਆਨ ਲਾਈਏ ਕਿ ਪ੍ਰਭੂ ਨੇ ਸਾਨੂੰ, ਮੈਨੂੰ ਹੀ ਕਿਉਂ ਮੇਰੇ ਖਾਨਦਾਨ ਚੋਂ ਚੁਣਿਆ, ਮੈਨੂੰ ਹੀ ਮੇਰੀ ਚੌਂਮ ਚੋਂ ਵੱਖਰਾ ਕਿਉਂ ਕੀਤਾ, ਕਿਉਂ ਪ੍ਰਭੂ ਮੈਨੂੰ ਆਪਣੇ ਕੋਲ ਲੈ ਕੇ ਆਇਆ। ਔਰ ਮੈਤੋਂ ਪ੍ਰਭੂ ਕੀ ਕਰਵਾਉਣਾ ਮੰਗਦਾ? ਮੇਰੀ ਸ਼ਕਤੀ ਦੇ ਨਾਲ ਨਹੀਂ, ਆਪਣੀ ਸ਼ਕਤੀ ਦੇ ਨਾਲ। ਮੇਰੇ ਨਾਲ ਦੂਸਰਾ ਕ੍ਰੋਨਿਕਲ ਕੱਢੋ, ਇਤਿਹਾਸ ਦੀ ਪੋਥੀ, ਦੂਸਰਾ ਇਤਿਹਾਸ, ਉਸ ਦਾ 17ਵਾਂ ਭਾਵ। ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲਾਂ ਆ ਤੇ 1 ਸੈਮੂਅਲ, ਰੂਥ,
ਰਾਜਿਆਂ ਦੀ ਪੋਥੀ ਤੋਂ ਬਾਅਦ ਇਤਿਹਾਸ ਦੀ ਪੋਥੀ ਆਉਂਦੀ ਆ। ਹਾਂਜੀ, ਉਸ ਦਾ ਉਸ ਦਾ 17ਵਾਂ ਭਾਵ, मेरे को गलत, मैं पहला इतिहास कढ़िया, दूसरा इतिहास सैकंड क्रॉनिकल उसका 16वां भाव और उसकी 9वीं आयत नूं देखो। सैकंड क्रॉनिकल चैप्टर 16 वर्स 9, वर्स 9। और इस चीज़ नूं बड़े अपने ध्यान दे विच रखो। सारियां चीज़ां दुनिया दियां प्रभु दे दिंदा, लेकिन बड़ी विजडम दे नाल जिसले जिंदगी दे विच चुनाव दा वेला आवे, बड़ी विजडम दे नाल चुनाव करो। कहंदा वचन दे विच ये लिखिया, कहंदा प्रभु दियां अखां सब धरती वासियां नूं देख रहीआं है कि ओ उन्हां नूं शक्ति देवे जो उसदे आग्याकारी रहंदे हन। The eyes of the Lord seeking that one। उस एक नूं लभ रहीआं। That's it। कि वो अपनी ताकत देवे, वो अपनी बरकत देवे, अपनी कुरबत अपनी 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 उत्तों अपनी ब्लैसिंग देवे। सीकिंग फॉर दैट वन। डू यू वांट टू बी द वन? कि तुसीं वो एक बनना मांगते हो? कि मैं वो एक बनना मांगता। ये चैलेंज आ इस साल के शुरू च साडे लई जो प्रभु सानू दे रहा। ये साल साडे लई, साडी कलीसिया दे लई परिवर्तन दा साल आ। असीं उस समय दे विच चेंज दा साल आ। असीं उस समय दे विच हुण आ गए हां कि खुदावंद सानू इथों चुक के स्थापित करन जा रहा। पर इस दे विच वो मेरे तो की काम लाएगा? प्रभु की चाहुंदा? अग दी भट्ठी बाहर हैगी आ, सानू देखण दी, दूर देखण दी जरूरत नहीं। सब अग दी भट्ठी आ। 33,000 आत्मावां प्रभु यसु मसीह तो बगैर मुक्ति है नहीं। भी क्यों मुक्ति है नहीं गी? कर्मां दे नाल किसे नूं मुक्ति प्राप्त नहीं हो सकती। किसे दे कोल इन्ना कर्म है नहीं गा कि मुक्ति प्राप्त कर सके और प्रभु दी तकड़ी दे मोरे खड़ा हो सके। एक भी नहीं। पट्ठी बालदी पई आ और प्रभु ने सानू चुनिया, तुहानू चुनिया कि जिन्नियां नू कढ सकदे आ कढ लो, फड़ फड़ के बाहर कढ लो। That's the job God has given you। हाँ, फड़ फड़ के कढ लो। दो तरह दे नाल असीं अपने आप नूं बिजी कर सकते हैं। दो चीज़ां इहदे विच उसने कईयां 9वीं आयत च, प्रभु दियां अखां सब धरती वासियां नूं देख रहीआं हन कि देख रहीआं हन कि उन्हां नूं शक्ति देवे जो आग्याकारी करदे हन। पर तूं एक मूर्खता भरिया काम कीता है, इसलिए हुण तेरे सामने लड़ाइयां ही लड़ाइयां होणगियां। राजा आसा नूं उसने ये चीज़ कही सी, तैनूं मैं अपने लिए चुनिया सी,
ਤੂੰ ਦੁਨੀਆ ਨੂੰ ਖੁਸ਼ ਲੱਭਿਆ ਕਰ, ਤੂੰ ਲੋਕਾਂ ਨੂੰ ਖੁਸ਼ ਲੱਭਿਆ ਕਰ। ਇਹ ਤੇਰੇ ਤੋਂ ਖੁਸ਼ ਨਹੀਂ ਹੋਣਗੇ, ਇਹ ਤੇਰੇ ਲਈ ਜੰਗ ਲੈ ਕੇ ਆਉਣਗੇ। ਔਰ ਵਾਕਈ ਜਿਹੜੇ ਜਿਹੜੇ ਲੋਕਾਂ ਨੂੰ ਉਹ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਸਾਰੇ ਉਹਦੇ ਲਈ ਜੰਗ ਲੈ ਕੇ ਆਏ ਸੀ, ਲੜਾਈਆਂ ਹੀ ਲੜਾਈਆਂ ਲੈ ਕੇ ਆਏ ਸੀ। ਅਸੀਂ ਇਸ ਦੁਨੀਆ ਦੇ ਦੇਵਤੇ ਨੂੰ ਖੁਸ਼ ਕਰਨਾ ਕਿ ਅਸੀਂ ਆਪਣੇ ਪ੍ਰਭੂ ਨੂੰ ਖੁਸ਼ ਕਰਨਾ। ਇਹ ਸੋਚ ਲੈ ਕੇ ਅੱਗੇ ਤੁਰੀਏ, ਕਿਉਂਕਿ ਇਹ ਤੇ ਸਾਡੀ ਮੁਕਤੀ ਔਰ ਸਾਡੀ ਕੌਮ ਦੀ ਮੁਕਤੀ ਦੋਨੋਂ ਨਿਰਭਰ ਕਰਦੀਆਂ ਪਈਆਂ। ਇਸ ਵੇਲੇ ਬੜੀ ਸਾਡੀ ਪੰਜਾਬੀ ਚਰਚ ਦੇ ਵਿੱਚ, ਇਸ ਐਬਟਸਫੋਰਡ ਦੇ ਵਿੱਚ ਬੜੀ ਉਥਲ ਪੁਥਲ ਮਚੀ ਹੋਆ। This is the last year we are here. ਪਾਸਟਰ ਬਿੰਦੂ ਨੇ ਰਿਜ਼ਾਈਨ ਦੇ ਦਿੱਤਾ ਆ ਆਪਣੀ ਚਰਚ ਤੋਂ। ਪ੍ਰਭੂ ਕੀ ਕਰਦਾ ਪਿਆ ਹੈ, ਔਰ ਅਸੀਂ ਕਿੱਦਾਂ ਇਸ ਸ਼ਹਿਰ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਅੱਗੇ ਲੈ ਕੇ ਜਾਣਾ ਆ ਔਰ ਲੋਕਾਂ ਤੱਕ ਉਸ ਦਾ ਸ਼ੁਭ ਸਮਾਚਾਰ ਪਹੁੰਚਾਉਣਾ ਆ। ਇਹ ਮੇਰੇ ਲਈ ਚੈਲੰਜ ਆ, ਇਹੋ ਹੀ ਤੁਹਾਡੇ ਲਈ ਚੈਲੰਜ ਆ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇਵੇ। ਔਰ ਮੈਂ